पंथ माता ਸਾਹਿਬ ਕੌਰ ਨੂੰ ਚੇਤੇ ਕਰਨਾ ਹੈ, ਯਾਦ ਕਰਨਾ ਹੈ। ਤਿੰਨਾਂ ਦੀ ਅਜ਼ੀਮ ਅਪਾਰ ਬਖਸ਼ਿਸ਼ ਅਜ਼ਮਤ ਨੂੰ ਯਾਦ ਕਰਨਾ ਹੈ, ਕਿਉਂਕਿ ਪੰਥ ਮਾਤਾ ਸਾਹਿਬ ਕੌਰ ਪੰਥ ਦੇ ਉਹ ਸ਼ਖਸੀਅਤ ਨੇ, ਉਹ ਮਹਾਨ ਸਿੱਖ ਪੰਥ ਦੇ ਮੁੱਖ ਪ੍ਰਬੰਧਕ ਨੇ, ਜਿਨ੍ਹਾਂ ਨੇ ਸਮੁੱਚੇ ਪੰਥ ਨੂੰ ਕਲਗੀਧਰ ਪਾਤਸ਼ਾਹ ਤੋਂ ਉਪਰੰਤ ਪੰਥ ਦੀ ਸਾਂਭ ਸੰਭਾਲ ਕੀਤੀ। ਇਸ ਧਰਤੀ ਦੇ ਉੱਤੇ ਜਦੋਂ ਤੋਂ ਮਨੁੱਖਾ ਜੀਵਨ ਪ੍ਰਾਰੰਭ ਹੋਇਆ ਹੈ ਤਾਂ ਮਨੁੱਖਾ ਜੀਵਨ ਦੇ ਵਿੱਚ ਸਭ ਤੋਂ ਕੀਮਤੀ ਜਿਹੜਾ ਤੱਤ ਅਸੀਂ ਮੰਨਦੇ ਹਾਂ ਉਹ ਹੈ ਮਾਂ। ਧਰਤੀ ਦੇ ਵਿਦਵਾਨ ਸਕਾਲਰ ਲੋਕਾਂ ਨੇ ਜਦੋਂ ਮਾਂ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਮਾਂ ਨੂੰ ਬਹੁਤ ਤਰਜੀਹ ਦਿੱਤੀ, ਬਹੁਤ ਸਤਿਕਾਰ ਅਤੇ ਅਦਬ ਦਿੱਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਇੱਥੋਂ ਤੱਕ ਬਖਸ਼ਿਸ਼ ਕਰ ਦਿੱਤੀ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਹੜੀ ਮਾਂ ਹੈ ਉਸ ਨੂੰ ਆਪਣੀ ਜ਼ੁਬਾਨ ਦੇ ਵਿੱਚੋਂ ਮੰਦੇ ਸ਼ਬਦ ਕਹਿਣ ਦਾ ਵੀ ਅਧਿਕਾਰ ਮਨੁੱਖਾ ਜਾਤੀ ਨੂੰ ਨਹੀਂ ਹੈ। ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵਿਆਹੋ, ਪੰਡੋਂ ਹੋਵੈ ਦੋਸਤੀ ਪੰਡੋ ਚੱਲੈ ਰਾਹੋ। ਪੰਡ ਬੂਆ ਪੰਡ ਪਾਲੀਐ ਪੰਡ ਹੋਵੈ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਮਾਂ ਦਾ ਇਹ ਰੁਤਬਾ, ਬਾਬਾ ਕਬੀਰ ਸਾਹਿਬ ਫਿਰ ਮਾਂ ਦੇ ਬਾਰੇ ਜਦੋਂ ਗੱਲ ਕਰਦੇ ਤਾਂ ਬਖਸ਼ਿਸ਼ ਕਰਦੇ ਨੇ, ਮਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ। ਬਚਪਨ ਬਾਲਪਨ, ਫਿਰ ਸਾਹਿਬ ਪਾਤਸ਼ਾਹ ਕਹਿੰਦੇ ਨੇ ਮਾਂ ਦੇ ਸਰੀਰ ਰੂਪੀ ਖੇਤ ਦੇ ਵਿੱਚੋਂ ਤੇਰੇ ਜੀਵਨ ਦੀ ਇਹ ਖੇਤੀ ਉਤਪੰਨ ਹੋਈ ਹੈ। ਰੰਚਕ ਰੇਤ ਖੇਤ ਤਨ ਨਿਰਮਤ ਪਟ ਸਾਹਿਬਾਨ ਦੇ ਸਵਈਏ, ਦੁਰਲਭ ਦੇ ਸਵਾਰ ਧਰੀ। ਉਹ ਕਹਿੰਦੇ ਨੇ ਇਹ ਜਿਹੜੀ ਤੇਰੀ ਦੁਰਲਭ ਦੇਹੀ ਹੈ, ਜਿਹੜਾ ਤੇਰਾ ਇਹ ਦੁਰਲਭ ਸਰੀਰ ਹੈ, ਜਿਹੜੀ ਬਹੁਤ ਹੀ ਲੰਮੇ ਜੱਦੋ ਜਹਿਦ ਤੋਂ ਬਾਅਦ ਤੈਨੂੰ ਪ੍ਰਾਪਤ ਹੋਈ। ਬਖਸ਼ਿਸ਼ ਕਰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਇਹ ਮਨੁੱਖਾ ਦੇਹੀ ਜਿਹੜੀ ਪ੍ਰਾਪਤ ਹੋਈ ਹੈ ਇਸ ਸੰਸਾਰ 'ਤੇ ਮਾਂ ਦਾ ਕਰਕੇ ਆਈ ਹੈ। ਸਾਹਿਬ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਮਨੁੱਖ ਦਾ ਇਸ ਸੰਸਾਰ ਦੇ ਉੱਤੇ ਜਿਹੜਾ ਪ੍ਰਥਮ ਪ੍ਰੇਮ ਹੈ, ਜਿਹੜਾ ਪ੍ਰਥਮ ਪਿਆਰ ਹੈ, ਉਹਦਾ ਵੀ ਜਦੋਂ ਜ਼ਿਕਰ ਕੀਤਾ ਤੇ ਇਸ ਸੰਸਾਰ ਦੇ ਨਾਲ ਮਨੁੱਖ ਦੇ ਜੁੜ ਜਾਣ ਦੀ ਗੱਲ ਕੀਤੀ ਤਾਂ ਸਤਿਗੁਰਾਂ ਨੇ ਫਿਰ ਨਾਲ ਹੀ ਇਹ ਵੀ ਕਿਹੋ ਨੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਮਾਂ ਦੀ ਸੋਝੀ, ਮਾਂ ਦੀ ਸਮਝ ਮਨੁੱਖ ਨੂੰ ਸਭ ਤੋਂ ਪਹਿਲਾਂ ਹੋਈ। ਤੇ ਧਰਤੀ ਦੇ ਉੱਤੇ ਜਿੰਨੇ ਵੀ ਜਿਹੜੇ ਪੈਗੰਬਰ ਪੀਰ ਨਬੀ ਔਲੀਏ ਆਏ ਨੇ, ਉਹਨਾਂ ਦੇ ਜੀਵਨ ਦੇ ਵਿੱਚ ਜਦੋਂ ਜੀਵਨ ਦਾ ਜ਼ਿਕਰ ਕਰਦੇ ਤੇ ਫਿਰ ਉਹਨਾਂ ਦੀ ਮਾਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ। ਮਾਂ ਤੋਂ ਵੀ ਅੱਗੇ ਜਦੋਂ ਆਪਾਂ ਗੱਲ ਕਰਦੇ ਤਾਂ ਫਿਰ ਪਾਲਣਹਾਰ ਮਾਂ, ਜਿਹਨੇ ਪਾਲਿਆ, ਜਿਹਨੇ ਪਾਲਤ ਮਾਂ, ਉਸ ਦਾ ਜ਼ਿਕਰ ਕੀਤਾ ਜਾਂਦਾ। ਜਿਸ ਤਰ੍ਹਾਂ ਅਸੀਂ ਇਸ ਧਰਤੀ ਦੇ ਉੱਤੇ ਅਵਤਾਰੀ ਪੁਰਸ਼ਾਂ ਦਾ ਜ਼ਿਕਰ ਕਰਦੇ ਹਾਂ ਤਾਂ ਕ੍ਰਿਸ਼ਨ ਜੀ ਦਾ ਜ਼ਿਕਰ ਕਰਦੇ ਹਾਂ ਅਤੇ ਮਾਤ ਦੇਵਕੀ ਦਾ ਜ਼ਿਕਰ ਬਾਅਦ 'ਚ ਆਏਗਾ, ਯਸ਼ੋਦਾ ਦਾ ਜ਼ਿਕਰ ਪਹਿਲਾਂ ਆਏਗਾ। ਕ੍ਰਿਸ਼ਨ ਨੂੰ ਜਨਮ ਮਾਤਾ ਦੇਵਕੀ ਨੇ ਦਿੱਤਾ ਹੈ, ਪਰ ਪਾਲਣਾ ਯਸ਼ੋਦਾ ਨੇ ਕੀਤੀ ਹੈ। ਯਸ਼ੋਦਾ ਪਾਲਦੀ ਹੈ ਕ੍ਰਿਸ਼ਨ ਨੂੰ, ਪਾਲਤ ਮਾਤਾ ਹੈ। ਇਸ ਕਰਕੇ ਯਸ਼ੋਦਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਵੀ ਆਉਂਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜ਼ਿਕਰ ਕਰਦੇ, ਉਹ ਕਹਿੰਦੇ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸ਼ੋਦਾ ਕਰ ਕਾਨ। ਜਿਵੇਂ ਜਸ਼ੋਦਾ ਦੇ ਘਰ ਦੇ ਵਿੱਚ ਕਾਨ, ਕਾਨ ਦਾ ਅਰਥ ਹੈ ਕ੍ਰਿਸ਼ਨ, ਕਾਨਾ। ਉਹ ਇੱਕ ਹੱਥ ਤੋਂ ਦੂਜੇ ਹੱਥ ਖੇਡਦਾ ਹੈ, ਨੱਚਦਾ ਕੁੱਦਦਾ ਹੈ।
ਜਸ਼ੋਦਾ ਦੇ ਘਰ ਦੇ ਵਿੱਚ ਉਸ ਦੀ ਪਾਲਣਾ ਹੁੰਦੀ ਹੈ ਤਾਂ ਮਾਂ ਜਸ਼ੋਦਾ ਦਾ ਬੜਾ ਅਦਬ ਅਤੇ ਅਦਾਬ ਉੱਥੇ ਮੰਨਿਆ ਗਿਆ। ਜਿਉਂ ਜਸ਼ੋਦਾ ਕਰ ਕਾਨ। ਫਿਰ ਦੂਸਰਾ, ਇਸ ਧਰਤੀ ਦੇ ਬਹੁਤ ਵੱਡੇ ਅਵਤਾਰੀ ਪੁਰਸ਼ ਹੋਏ ਨੇ ਮਹਾਤਮਾ ਬੁੱਧ। ਆਪ 'ਚੋਂ ਕਿਸੇ ਨੇ ਮਹਾਤਮਾ ਬੁੱਧ ਦੀ ਜੀਵਨੀ ਪੜ੍ਹੀ ਹੋਵੇ। ਈਸਵੀ ਤੋਂ 557 ਸਾਲ ਪਹਿਲਾਂ ਹੋਏ ਨੇ। ਈਸਵੀ ਤੋਂ, ਜਿਵੇਂ 2023 ਈਸਵੀ ਚੱਲਦੀ ਹੈ ਅਤੇ ਇਹਦੇ ਤੋਂ 557 ਸਾਲ ਜਦੋਂ ਇਹਦੇ ਵਿੱਚ ਐਡ ਆਨ ਕਰ ਦਈਏ ਤਾਂ 2680 ਸਾਲ ਪਹਿਲਾਂ ਮਹਾਤਮਾ ਬੁੱਧ ਦਾ ਜਨਮ ਹੋਇਆ, ਇਸ ਧਰਤੀ 'ਤੇ ਪ੍ਰਕਾਸ਼ ਹੋਇਆ। ਰਾਜੇ ਸੁਧੋਧਨ ਦੇ ਘਰ ਦੇ ਵਿੱਚ ਇਹਦਾ ਜਨਮ ਹੁੰਦਾ। ਕਪਿਲਵਸਤੂ, ਅੱਜ ਨੇਪਾਲ ਦੇ ਵਿੱਚ ਉਹ ਸਥਾਨ ਆ। ਕਪਿਲਵਸਤੂ ਦੇ ਵਿੱਚ ਮਹਾਤਮਾ ਬੁੱਧ ਦਾ ਜਨਮ ਹੋਇਆ। ਮਹਾਤਮਾ ਬੁੱਧ ਦਾ ਜਿਹੜਾ ਪਿਤਾ ਹੈ ਮਹਾਰਾਜਾ ਸੁਧੋਧਨ, ਉਹਦੇ 2 ਪਤਨੀਆਂ ਸਨ। ਇੱਕ ਦਾ ਨਾਂ ਸੀ ਗੌਤਮੀ, ਇੱਕ ਦਾ ਨਾਂ ਸੀ ਮਹਾਮਾਇਆ। ਮੈਂ ਇਸ ਪੱਖ ਵੱਲ ਨਹੀਂ ਜਾਣਾ ਕਿਉਂਕਿ ਗੱਲ ਕੁਝ ਆਪਾਂ ਮਾਤਾ ਸਾਹਿਬ ਕੌਰ ਦੀ ਕਰਨੀ ਹੈ। ਮਾਂ ਦਾ ਕੀ ਮਹੱਤਵ ਹੈ, ਕਿਉਂਕਿ ਕੱਲ੍ਹ ਮਾਤਾ ਸਾਹਿਬਦੇਵ ਕੌਰ ਦਾ, ਪੰਥ ਮਾਤਾ ਦਾ ਪ੍ਰਕਾਸ਼ ਦਿਹਾੜਾ ਸੀ। ਕੱਲ੍ਹ ਮੈਂ ਕਿਸੇ ਕਾਰਨ ਕਰਕੇ ਬਾਤ ਤੁਹਾਡੇ ਨਾਲ ਸਾਂਝੀ ਨਾ ਕਰ ਪਾਇਆ, ਸੋ ਮਨ ਦੇ ਵਿੱਚ ਵਿਚਾਰ ਆਇਆ ਕਿ ਮਾਂ ਨੂੰ ਯਾਦ ਕਰਨਾ ਜ਼ਰੂਰੀ ਹੈ। ਬੱਚੇ ਵਾਸਤੇ ਮਾਂ ਨੂੰ ਚੇਤੇ ਕਰਨਾ। ਮੈਂ ਕੱਲ੍ਹ ਵੀ ਇੱਕ ਸਿੰਘ ਦੇ ਨਾਲ ਵਿਚਾਰ ਅਸੀਂ ਕਰ ਰਹੇ ਸੀਗੇ ਕਿ ਅਸੀਂ ਸਾਰਿਆਂ ਦੇ ਦਿਨ ਮਨਾਉਂਦੇ ਹਾਂ, ਪਰ ਜਿਸ ਮਾਂ ਨੇ ਸਾਨੂੰ ਪਾਲਿਆ, ਪੰਥ ਦੀ ਅਗਵਾਈ ਕੀਤੀ, ਫਿਰ 1-2 ਸਾਲ ਨਹੀਂ, 1708 ਤੋਂ ਲੈ ਕੇ ਜਿਹੜਾ ਹੈਗਾ ਮਾਤਾ ਸਾਹਿਬ ਕੌਰ ਨੇ 1747 ਤੱਕ ਪੂਰੇ 39 ਸਾਲ ਪੰਥ ਦੀ ਅਗਵਾਈ ਕੀਤੀ। 39 ਸਾਲ ਪੰਥ ਦੀ ਅਗਵਾਈ ਨਹੀਂ, ਖਾਲਸਾ ਪੰਥ ਨੂੰ ਪਾਲਿਆ, ਵੱਡਾ ਕੀਤਾ। ਖਾਲਸਾ ਪੰਥ ਨੂੰ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ ਜਿਹੜੇ ਏਸ਼ੀਆ ਦੇ ਖਿੱਤੇ ਦੇ ਮਹਾਨ ਵਿਜੇਤਾ ਸਨ, ਉਹਨਾਂ ਦੇ ਹਾਣ ਦੇ ਕੀਤਾ। ਉਹਨਾਂ ਦੇ ਸਾਹਮਣੇ ਖੜ੍ਹ ਕੇ ਉਹਨਾਂ ਨੂੰ ਲਲਕਾਰਨ ਵਾਲੇ ਕੀਤਾ। ਕਿਉਂਕਿ ਮਾਂ ਜਦੋਂ ਬੱਚੇ ਨੂੰ ਪਾਲਦੀ ਹੈ ਤਾਂ ਉਹੀ ਬੱਚਾ ਮਾਂ ਦੀ ਪਾਲਣਾ ਪੋਸ਼ਣਾ, ਮਾਂ ਦੀ ਖਾਧੀ ਹੋਈ ਖੁਰਾਕ, ਉਸੇ ਨੂੰ ਹੀ ਜਿਹੜਾ ਹੈਗਾ ਉਹਨੇ ਦੁਨੀਆ ਦੇ ਮੈਦਾਨ ਦੇ ਵਿੱਚ ਪ੍ਰਗਟ ਕਰਨਾ ਹੁੰਦਾ ਹੈ। ਉਹ ਖੁਰਾਕ ਭਾਵੇਂ ਮਾਂ ਦੇ ਸ਼ੀਰ ਦੀ ਹੋਵੇ, ਮਾਂ ਦੇ ਦੁੱਧ ਦੀ ਹੋਵੇ, ਭਾਵੇਂ ਉਹ ਖੁਰਾਕ ਮਾਂ ਦੇ ਵਿਚਾਰਾਂ ਦੀ ਹੋਵੇ। ਖਰ ਜਿਹੜੀ ਮੈਂ ਗੱਲ ਸਾਂਝੀ ਕਰ ਰਿਹਾ ਸੀ, ਮਹਾਤਮਾ ਬੁੱਧ ਦਾ ਜਨਮ ਹੋਇਆ ਮਹਾਮਾਇਆ ਦੀ ਕੁੱਖ ਤੋਂ, ਪਰ ਥੋੜ੍ਹੇ ਦਿਨਾਂ ਬਾਅਦ ਮਹਾਮਾਇਆ ਜਿਹੜੀ ਹੈਗੀ ਉਹ ਮਹਾਤਮਾ ਬੁੱਧ ਨੂੰ ਬਚਪਨ ਦੇ ਵਿੱਚ ਹੀ ਛੱਡ ਕੇ ਪਰਲੋਕ ਸੁਧਾਰ ਗਏ। ਮਹਾਤਮਾ ਬੁੱਧ ਦੀ ਪਾਲਣਾ ਕੀਤੀ ਮਾਤਾ ਗੌਤਮੀ ਨੇ। ਇਸੇ ਕਰਕੇ ਮਹਾਤਮਾ ਬੁੱਧ ਨੂੰ ਅੱਜ ਵੀ ਗੌਤਮ ਬੁੱਧ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਾਲਣਾ ਕਰਨ ਵਾਲੀ ਮਾਂ ਦੇ ਨਾਲ ਨਾਲ ਚੇਤੇ ਕੀਤਾ ਜਾਂਦਾ ਮਹਾਤਮਾ ਬੁੱਧ ਨੂੰ। ਮਹਾਤਮਾ ਬੁੱਧ ਭਾਵਾਂ ਉਹਨੂੰ ਜਨਮ ਮਹਾਮਾਇਆ ਨੇ ਦਿੱਤਾ, ਪਰ ਉਸ ਨੂੰ ਪਾਲਣ ਵਾਲੀ ਮਾਤਾ ਗੌਤਮੀ ਸੀ। ਗੌਤਮੀ ਦੇ ਨਾਂ 'ਤੇ ਅੱਜ ਵੀ ਮਹਾਤਮਾ ਬੁੱਧ ਨੂੰ ਗੌਤਮ ਬੁੱਧ ਕਿਹਾ ਜਾਂਦਾ ਹੈ। ਮਹਾਤਮਾ ਗੌਤਮ ਬੁੱਧ ਧਰਤੀ ਦਾ ਬਹੁਤ ਸਿਆਣਾ ਦਾਨਿਸ਼ਮੰਦ ਪੁਰਖ ਹੋਇਆ। ਇਸ ਧਰਤੀ ਦੇ ਉੱਤੇ ਧਰਤੀ ਦੇ ਲੋਕਾਂ ਨੂੰ ਅਸਲ ਸੱਚਾਈ ਉਸਨੇ ਅੱਜ ਤੋਂ 2600 ਸਾਲ ਪਹਿਲਾਂ ਵੀ ਦੱਸੀ। ਖਰ ਮੈਂ ਜਿਹੜੇ ਵਿਸ਼ੇ ਵੱਲ ਮੁੜ ਕੇ ਆਉਣਾ, ਇਸ ਧਰਤੀ ਦਾ ਬਹੁਤ ਵੱਡਾ ਇੱਕ ਹੋਰ ਰਹਿਬਰ ਹੋਇਆ ਜਿਹਨੂੰ ਹਜ਼ਰਤ ਈਸਾ ਕਹਿੰਦੇ। ਜਦੋਂ ਹਜ਼ਰਤ ਈਸਾ ਨੂੰ ਯਾਦ ਕੀਤਾ ਜਾਂਦਾ ਅਤੇ ਉਹਨਾਂ ਨੂੰ ਯਾਦ ਕਰਨ ਤੋਂ ਪਹਿਲਾਂ ਉਹਨਾਂ ਦੀ ਮਾਂ ਮਰੀਅਮ ਨੂੰ ਯਾਦ ਕੀਤਾ ਜਾਂਦਾ। ਇਸ ਧਰਤੀ ਦੇ ਉੱਤੇ ਬਹੁਤ ਵੱਡੇ ਹੋਰ ਅਵਤਾਰੀ ਪੁਰਖ ਹੋਏ, ਰਾਮਚੰਦਰ, ਉਹਨਾਂ ਨੂੰ ਯਾਦ ਕਰਨ ਤੋਂ ਪਹਿਲਾਂ ਉਹਨਾਂ ਦੀ ਮਾਂ ਕੁਸ਼ਲਿਆ ਨੂੰ ਯਾਦ ਕੀਤਾ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਲਯੁਗ ਦੇ ਮਹਾਨ ਪੁਰਖ ਗੁਰੂ ਨਾਨਕ ਨੂੰ ਜਦੋਂ ਅਸੀਂ ਯਾਦ ਕਰਦੇ ਤਾਂ ਫਿਰ ਮਾਂ ਤ੍ਰਿਪਤਾ ਸਾਡੇ ਚੇਤੇ ਵਿੱਚ ਆ ਜਾਂਦੀ। ਗੁਰੂ ਨਾਨਕ ਨੂੰ ਯਾਦ ਕਰਦੇ ਅਤੇ ਮਾਂ ਤ੍ਰਿਪਤਾ ਤੋਂ ਬਾਅਦ ਭੈਣ ਨਾਨਕੀ, ਬੇਬੇ ਨਾਨਕੀ ਸਾਡੇ ਯਾਦ ਵਿੱਚ, ਸੁਰਤ ਵਿੱਚ ਆ ਜਾਂਦੀ, ਸੁਰਤ ਵਿੱਚ ਮਾ ਜਾਂਦੀ। ਕਿਉਂਕਿ ਜਿੱਥੇ ਖਾਲਸਾ ਪੰਥ ਦੀ ਪਾਲਣਾ ਅਤੇ ਪ੍ਰਤਪਾਲਣਾ ਮਾਤਾ ਸਾਹਿਬ ਕੌਰ ਨੇ ਕੀਤੀ, ਉੱਥੇ ਹੀ ਗੁਰੂ ਨਾਨਕ ਦੇ 2 ਪੁੱਤਰਾਂ ਦੀ ਪਾਲਣਾ ਅਤੇ ਪ੍ਰਤਪਾਲਣਾ ਦਾ ਕਾਰਜ ਮਾਤਾ ਭੈਣ ਨਾਨਕੀ ਨੇ, ਬੇਬੇ ਨਾਨਕੀ ਨੇ ਸੰਭਾਲਿਆ।
ਮਾਵਾਂ ਦਾ ਜਦੋਂ ਜ਼ਿਕਰ ਕਰਦੇ ਫਿਰ ਬੀਬੀ ਭਾਨੀ ਦਾ ਜ਼ਿਕਰ ਵੀ ਅਸੀਂ ਕਰਨੋਂ ਰਹਿ ਨਾ ਸਕਦੇ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੀ ਜਿਹੜੀ ਭਾਣੇ ਦੇ ਵਿੱਚ ਰਹਿਣ ਦੀ ਪ੍ਰਵਿਰਤੀ ਉਹ ਬੀਬੀ ਭਾਨੀ ਤੋਂ ਉਹਨਾਂ ਨੂੰ ਪ੍ਰਾਪਤ ਹੋਈ। ਭੱਟ ਸਾਹਿਬਾਨ ਨੇ ਗੁਰੂ ਅਰਜਨ ਦੇਵ ਜੀ ਦਾ ਜਦੋਂ ਜ਼ਿਕਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਨਮ ਦੇ ਸਮੇਂ ਤੋਂ ਸਤਿਗੁਰੂ ਜੀ ਤੁਸੀਂ ਜਨਮ ਦੇ ਸਮੇਂ ਤੋਂ ਗੁਰਮਤ ਅਤੇ ਬ੍ਰਹਮ ਨੂੰ ਸਮਝਿਆ। ਜਦੋਂ ਇਹ ਗੱਲ ਅਸੀਂ ਕਰਦੇ ਤਾਂ ਉਦੋਂ ਸਿੱਧਾ ਇਸ਼ਾਰਾ ਭੱਟ ਸਾਹਿਬਾਨ ਦਾ ਬੀਬੀ ਭਾਨੀ ਵੱਲ ਹੈ ਕਿ ਤੁਹਾਡੀ ਮਾਂ ਨੂੰ ਗੁਰਮਤ ਦੀ ਸਮਝ ਸੀ, ਇਸ ਕਰਕੇ ਸਤਿਗੁਰੂ ਜੀ ਤੁਸੀਂ ਜਨਮ ਤੋਂ ਗੁਰਮਤ ਨੂੰ ਪਛਾਣ ਲਿਆ। ਤੁਹਾਡੇ ਪਿਤਾ ਨੂੰ ਗੁਰਮਤ ਦੀ ਸਮਝ ਸੀ, ਇਸ ਕਰਕੇ ਤੁਸੀਂ ਬਚਪਨ ਤੋਂ ਗੁਰਮਤ ਨੂੰ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੋਂ ਜਨਮ ਤੋਂ ਲੈ ਕੇ ਗੁਰਮਤ ਅਤੇ ਬ੍ਰਹਮ ਦੀ ਪਹਿਚਾਣ ਕਰ ਲਈ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਮਾਤਾ ਗੰਗਾ ਦੀ, ਤਾਂ ਮਾਤਾ ਗੰਗਾ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਦੀ ਕੁੱਖ ਤੋਂ ਪ੍ਰਕਾਸ਼ ਹੋਇਆ, ਉਹਨਾਂ ਨੇ ਵੀ 9 ਸਾਲ 10 ਸਾਲ ਦੀ ਉਮਰ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਤੱਤੀ ਤਵੀ 'ਤੇ ਬੈਠ ਜਾਣ ਤੋਂ ਉਪਰੰਤ ਸਤਿਗੁਰਾਂ ਦੀ ਸਾਂਭ ਸੰਭਾਲ ਹੀ ਨਹੀਂ ਕੀਤੀ, ਉਹਨਾਂ ਨੂੰ ਇੱਕ ਭਾਰੀ ਯੋਧਾ ਵੀ ਬਣਾਇਆ। ਅੱਗੇ ਗੱਲ ਕਰ ਲਈਏ ਕਲਗੀਧਰ ਪਾਤਸ਼ਾਹ ਦੀ। ਕਲਗੀਧਰ ਪਾਤਸ਼ਾਹ ਦੀ ਸਾਂਭ ਸੰਭਾਲ ਮਾਤਾ ਗੁਜਰ ਕੌਰ ਨੇ ਆਪ ਕੀਤੀ, ਅਤੇ ਜਦੋਂ ਕਲਗੀਧਰ ਪਾਤਸ਼ਾਹ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ ਸੀ ਰਿਹਾ, ਉਸ ਵਕਤ ਕਲਗੀਧਰ ਪਾਤਸ਼ਾਹ ਦੀ ਉਮਰ 9 ਸਾਲ ਸੀ। ਬਾਲ ਗੋਬਿੰਦ ਰਾਏ 9 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੋਤੀ ਜੋਤ ਸਮਾ ਗਏ। ਮਾਤਾ ਗੁਜਰ ਕੌਰ ਨੇ ਆਪਣੇ ਫਰਜ਼ੰਦ ਦੀ ਸਾਂਭ ਸੰਭਾਲ ਕੀਤੀ ਅਤੇ ਮਾਤਾ ਗੁਜਰ ਕੌਰ ਨੇ ਕਲਗੀਧਰ ਪਾਤਸ਼ਾਹ ਨੂੰ ਹਰ ਇੱਕ ਤਰ੍ਹਾਂ ਦੀ ਸਿੱਖਿਆ, ਹਰ ਇੱਕ ਤਰ੍ਹਾਂ ਦੀ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ, ਕਸਟੋਡੀਅਨ ਬਣੇ। ਹੁਣ ਗੱਲ ਕਰਦੇ ਹਾਂ ਮਾਤਾ ਸਾਹਿਬ ਕੌਰ ਦੀ। ਕਲਗੀਧਰ ਪਾਤਸ਼ਾਹ ਤੋਂ ਬਾਅਦ ਪੰਥ, ਖਾਲਸਾ ਪੰਥ ਗੁਰੂ ਹੋਇਆ। ਖਾਲਸਾ ਪੰਥ ਗੁਰੂ ਖਾਲਸਾ ਕਹਾਇਆ। ਜਿੱਥੇ ਕਲਗੀਧਰ ਪਾਤਸ਼ਾਹ ਦੀ ਉਮਰ 9 ਸਾਲ ਸੀ, ਮਾਤਾ ਗੁਜਰ ਕੌਰ ਦੇ ਉੱਪਰ ਉਹਨਾਂ ਦੀ ਜ਼ਿੰਮੇਵਾਰੀ ਆ ਗਈ। ਉੱਥੇ ਜਿਸ ਦਿਨ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ ਅਤੇ ਪੰਥ ਨੂੰ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਜਾਂਦੇ ਨੇ, ਉਸੇ ਹੀ ਵਕਤ 1708 ਦਾ ਉਹ ਸਮਾਂ ਸੀ। ਖਾਲਸਾ ਪੰਥ ਦਾ ਜਿਹੜਾ ਜਨਮ ਹੈ ਉਹ 1699 ਵਿੱਚ ਹੁੰਦਾ ਹੈ। 1708 ਦੇ ਉਸ ਸਮੇਂ ਦੇ ਵਿੱਚ ਖਾਲਸਾ ਪੰਥ ਦੀ ਉਮਰ ਵੀ 9 ਸਾਲ ਸੀ। 9 ਸਾਲਾਂ ਦਾ ਹੀ ਹੋਇਆ ਸੀ ਖਾਲਸਾ। 1699 + 9 1708। 9 ਸਾਲ ਦੇ ਖਾਲਸਾ ਪੰਥ ਨੂੰ ਕਲਗੀਧਰ ਪਾਤਸ਼ਾਹ ਨੇ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾ ਦਿੱਤਾ। ਉਹ ਪੰਥ ਮਾਤਾ ਕਹਾਏ। ਫਿਰ ਉਸ ਤੋਂ ਉਪਰੰਤ ਪੰਥ ਮਾਤਾ ਨੇ ਪੂਰੇ 39 ਸਾਲ ਪੰਥ ਦੀ ਅਗਵਾਈ ਕੀਤੀ। ਮਾਤਾ ਸਾਹਿਬ ਕੌਰ ਨੂੰ ਯਾਦ ਕਰਦਿਆਂ ਅੱਜ ਇਹ ਕੁਝ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਸਨ, ਕਿਉਂਕਿ ਸਾਡੀ ਮਾਂ ਹੈ। ਜੇ ਮਾਂ ਨੂੰ ਭੁੱਲ ਗਿਆ ਬੱਚਾ ਤੇ ਬੱਚੇ ਦਾ ਕੋਈ ਜੀਵਨ ਨਹੀਂ। ਧਰਤੀ ਦੇ ਉੱਤੇ ਵੀ ਸਭ ਤੋਂ ਨੇੜੇ ਮਾਂ ਹੈ। ਸਭ ਤੋਂ ਪਵਿੱਤਰ ਰਿਸ਼ਤਾ ਹੈ ਮਾਂ ਅਤੇ ਪੁੱਤ ਦਾ, ਸਭ ਤੋਂ ਪਵਿੱਤਰ। ਜਿਹੜਾ ਬੱਚਾ ਆਪਣੀ ਮਾਂ, ਆਪਣੇ ਪਿਤਾ, ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਪ੍ਰਤੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਇੱਕ ਹੋਰ ਬਾਤ ਬੜੀ ਕੀਮਤੀ ਸਾਨੂੰ ਬਖਸ਼ਿਸ਼ ਕੀਤੀ। ਸਤਿਗੁਰੂ ਕਹਿੰਦੇ ਨੇ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਮੇਰੇ ਹਿਰਦੇ ਦੇ ਵਿੱਚ ਨਾਮ ਵਸ ਗਿਆ, ਗੁਰੂ ਨੇ ਮੇਰੇ ਮੱਥੇ 'ਤੇ ਆਪਣਾ ਹੱਥ ਧਰ ਦਿੱਤਾ। ਨਾਲ ਹੀ ਕਿਹਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਜਦੋਂ ਰਿਨ ਸ਼ਬਦ ਆਉਂਦਾ ਨਾ, ਵਿਦਿਆ ਦਾਤਾ ਸਾਨੂੰ ਜਿਹੜੇ ਵਿਦਿਆ ਪੜ੍ਹਾਉਂਦੇ ਸਨ ਜਾਂ ਉਹ ਇਹ ਗੱਲਾਂ ਦੱਸਦੇ
ਉਹ ਕਹਿੰਦੇ ਰਿਣ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਸਾਡੇ ਵੇਦ ਵਿਦੰਤਰ ਸ਼ਾਸਤਰ ਇਹਨਾਂ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹਦਾ ਜ਼ਿਕਰ ਬਹੁਤ ਤਾਂ ਹੀ ਕੀਤਾ। ਪੁਰਾਤਨ ਸਟਰਕਚਰ ਅਤੇ ਨਿਊਲੀ ਜਿਹੜਾ ਸਾਡਾ ਰੀਸੈਂਟਲੀ ਸਟਰਕਚਰ ਹੈਗਾ, ਉਹਦੇ ਵਿੱਚ ਅੱਜ ਜਿਵੇਂ ਮੈਂਟਲ ਹੈਲਥ ਦੇ ਵਿੱਚ ਗੱਲ ਹੁੰਦੀ ਜਾਂ ਅੱਜ ਇਨਵਾਇਰਮੈਂਟ ਹੈਲਥ ਦੇ ਵਿੱਚ, ਇਨਵਾਇਰਮੈਂਟ ਖਿੱਤੇ ਦੇ ਵਿੱਚ ਗੱਲ ਹੁੰਦੀ, ਤਾਂ ਉਦੋਂ ਇਹ ਗੱਲ ਅਕਸਰ ਕੀਤੀ ਜਾਂਦੀ। ਉਹ ਕਹਿੰਦੇ ਕਿ ਮਾਤਾ ਪਿਤਾ ਦਾ ਮਨੁੱਖ 'ਤੇ ਕਰਜ਼ ਹੈ, ਇਸ਼ਟ ਦਾ ਕਰਜ਼ ਹੈ, ਗੁਰੂ ਦਾ ਕਰਜ਼ ਹੈ। ਫਿਰ ਕਹਿੰਦੇ ਦੇਵ ਰਿਣ ਹੈ, ਪਿੱਤਰ ਰਿਣ ਹੈ। ਪਿੱਤਰ ਰਿਣ ਸਾਡੇ ਪੁਰਖਿਆਂ ਦਾ ਕਰਜ਼। ਪੁਰਖਿਆਂ ਦਾ ਕਰਜ਼ ਕੀ? ਇਸ ਧਰਤੀ ਵਾਸਤੇ ਜਿਹੜੇ ਜੂਝ ਕੇ, ਇਸ ਖਿੱਤੇ ਵਾਸਤੇ ਜਿਹੜੇ ਜੂਝ ਕੇ, ਜੁਝਾਰੂ ਬਿਰਤੀ ਵਾਲੇ ਲੋਕ ਇਸ ਖਿੱਤੇ ਵਾਸਤੇ ਆਪਣਾ ਆਪਾ ਕੁਰਬਾਨ ਕਰ ਗਏ, ਉਹ ਸਾਡੇ ਪਿੱਤਰ ਨੇ, ਬਜ਼ੁਰਗ ਨੇ ਸਾਡੇ, ਜਿਨ੍ਹਾਂ ਨੇ ਇਸ ਮਿੱਟੀ ਨੂੰ ਸੰਭਾਲਿਆ, ਇਸ ਮਿੱਟੀ ਵਾਸਤੇ ਆਪਣੇ ਆਪਾ ਵਾਰਿਆ। ਉਸ ਤੋਂ ਉਪਰੰਤ ਮਾਤਾ ਪਿਤਾ ਜਿਨ੍ਹਾਂ ਤੋਂ ਸਾਡਾ ਜਨਮ ਹੋਇਆ, ਜਿਨ੍ਹਾਂ ਤੋਂ ਅਸੀਂ ਆਏ, ਜਿਨ੍ਹਾਂ ਨੂੰ ਅਸੀਂ ਜਿਹੜਾ ਹੈਗਾ ਅੱਖਾਂ ਖੁੱਲ੍ਹਦਿਆਂ ਸਭ ਤੋਂ ਪਹਿਲਾਂ ਦੇਖਿਆ। ਫਿਰ ਨਾਲ ਹੀ ਜਿਸ ਵਕਤ ਅਸੀਂ ਬੋਲ ਵੀ ਨਹੀਂ ਸੀ ਸਕਦੇ, ਸਾਨੂੰ ਕੋਈ ਸੰਸਾਰ ਦੀ ਸੋਝੀ ਨਹੀਂ ਸੀ, ਸਾਨੂੰ ਕਿਸੇ ਗੱਲ ਬਾਰੇ ਪਤਾ ਨਹੀਂ ਸੀ, ਸਾਡੇ ਅਹਿਸਾਸ ਵਿੱਚ ਕੁਝ ਨਹੀਂ ਸੀ ਆਉਂਦਾ, ਉਸ ਵਕਤ ਸਾਡੀ ਕੇਅਰ ਕਰਨ ਵਾਲਾ ਕੌਣ ਸੀ? ਉਹ ਮਾਂ ਪਿਓ ਸੀ। ਇਸ ਕਰਕੇ ਬੜਾ ਹੀ ਮਹੀਨ ਕਰਜ਼ ਹੈ ਮਾਤਾ ਅਤੇ ਪਿਤਾ ਦਾ ਬੱਚੇ ਦੇ ਸਿਰ 'ਤੇ। ਫਿਰ ਗੁਰੂ ਦਾ ਵੱਡਾ ਕਰਜ਼ ਹੈ। ਗੁਰੂ ਇਸ ਲੋਕ ਤੋਂ ਪਰਲੋਕ ਤੱਕ ਦਾ ਸਫ਼ਰ ਤੈਅ ਕਰਵਾਉਂਦਾ ਸਾਡਾ। ਫਿਰ ਦੇਵ ਰਿਣ ਉਹਨਾਂ ਨੇ ਕਿਹਾ, ਕਹਿਣ ਲੱਗੇ ਇਸ ਧਰਤੀ ਦੇ ਉੱਤੇ ਪੈਦਾ ਹੋਣ ਵਾਲੇ ਜਿਹੜੇ 5 ਤੱਤ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਅਨਾਜ ਮਿਲਦਾ, ਪਾਣੀ ਮਿਲਦਾ, ਜਿਹਦੇ ਵਿੱਚੋਂ ਸਾਨੂੰ ਐਨਰਜੀ ਵਾਸਤੇ ਜਿਹੜਾ ਹੈਗਾ ਬਾਲਣ ਮਿਲਦਾ, ਇਹ 5 ਤਰ੍ਹਾਂ ਦੇ ਦੇਵਤਿਆਂ ਦੀ ਕੈਟਾਗਰੀ 5 ਭਾਗਾਂ ਦੇ ਵਿੱਚ ਵੰਡੀ ਗਈ। ਫਿਰ ਉਹ ਕਹਿੰਦੇ ਨੇ ਉਹਨਾਂ ਦਾ ਵੀ ਸਾਡੇ ਸਿਰ ਕਰਜ਼ਾ ਹੈ, ਪਾਉਣ ਦਾ, ਹਵਾ ਦਾ ਸਾਡੇ ਸਿਰ ਕਰਜ਼ਾ ਹੈ, ਇਸ ਕਰਜ਼ੇ ਨੂੰ ਵੀ ਉਤਾਰਨਾ ਹੈ। ਇਹਨਾਂ ਕਰਜ਼ਿਆਂ ਦੇ ਵਿੱਚ ਇੱਕ ਕਰਜ਼ਾ ਹੈ ਮਾਂ ਅਤੇ ਪਿਤਾ ਦਾ ਕਰਜ਼ਾ, ਮਾਤ ਪਿਤਾ ਦਾ ਰਿਣ। ਹੁਣ ਮਾਤ ਪਿਤਾ ਦਾ ਰਿਣ ਕਿਵੇਂ ਉਤਾਰਿਆ ਜਾ ਸਕਦਾ? ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ, ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ। ਅਤੇ ਖਾਸ ਗੱਲ ਇੱਕ ਹੋਰ ਹੈ, ਬੱਚਾ ਹਮੇਸ਼ਾ ਆਪਣੀ ਮਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਾ ਹੁੰਦਾ ਹੈ। ਬੱਚੇ ਦਾ ਸੁਭਾਅ ਹੁੰਦਾ ਹੈ, ਬੱਚੇ ਦੇ ਸੁਭਾਅ ਦੇ ਵਿੱਚ ਇਹ ਚੀਜ਼ਾਂ ਆਮ ਹੀ ਹੁੰਦੀਆਂ ਨੇ। ਜਿਵੇਂ ਮਾਂ ਵਿਚਰਦੀ ਹੈ, ਬੱਚਾ ਉਸੇ ਤਰ੍ਹਾਂ ਹੀ ਵਿਚਰਦਾ ਹੁੰਦਾ ਹੈ। ਅਗਲੀ ਗੱਲ, ਬੱਚਾ ਆਪਣੀ ਮਾਂ ਦੀ ਨਕਲ ਹੀ ਕਰਦਾ ਹੁੰਦਾ ਸਭ ਤੋਂ ਪਹਿਲਾਂ। ਜਦੋਂ ਸਾਡੀ ਮਾਂ ਦਾ ਜ਼ਿਕਰ ਚੱਲਦਾ ਹੈ, ਮਾਤਾ ਸਾਹਿਬ ਕੌਰ ਦਾ, ਤਾਂ ਪੰਥ ਸਾਰਾ ਉਹਨਾਂ ਦੀ ਜਿਹੜਾ ਹੈਗਾ ਚਲਾਏ ਹੋਏ ਪੂਰਨਿਆਂ 'ਤੇ ਚੱਲਦਾ ਹੈ। ਮਾਂ ਸਾਹਿਬ ਕੌਰ ਦੀ ਇੱਕ ਖਾਸ ਵਿਸ਼ੇਸ਼ ਆਦਤ ਸੀ, ਇੱਕ ਸੁਭਾਅ ਸੀ। ਮਾਂ ਸਾਹਿਬ ਕੌਰ ਦੇ ਪਹਿਲਾਂ ਆਪਾਂ ਕੁਝ ਜਨਮ ਦੇ ਬਾਰੇ ਗੱਲ ਕਰ ਲਈਏ, ਕਿਉਂਕਿ ਸਮਾਂ ਵੀ ਆਪਾਂ ਨੂੰ ਉਹਨਾਂ ਅਲਾਓ ਨਹੀਂ ਕਰਦਾ। ਨਾਲ ਫਿਰ ਆਪਾਂ ਕੁਝ ਬਾਤਾਂ ਹੋਰ ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਸਾਂਝੀਆਂ ਕਰਨੀਆਂ। ਮਾਤਾ ਜੀ ਦਾ ਜਿਹੜਾ ਜਨਮ ਆ ਮਾਂ ਦਾ, ਮਾਂ ਸਾਹਿਬ ਕੌਰ ਦਾ, ਇਹ ਰੋਹਤਾਸ਼ ਦੇ ਵਿੱਚ ਹੋਇਆ। ਰੋਹਤਾਸ਼ ਜਿਹਲਮ ਦਰਿਆ ਤੋਂ 10 ਮੀਲ ਦੂਰ ਇੱਕ ਸ਼ਹਿਰ ਹੈ ਰੋਹਤਾਸ਼। ਇਹ ਇਤਿਹਾਸਕ ਨਗਰ ਹੈ। ਇਤਿਹਾਸਕ ਤਾਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਕਾਬਲ ਕੰਧਾਰ ਤੋਂ ਵਾਪਸ ਆ ਰਹੇ ਸਨ ਮੱਕੇ ਵੱਲੋਂ, ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਥੇ ਰੁਕੇ ਸਨ। ਇੱਥੇ ਪਾਣੀ ਦੀ ਬੜੀ ਕਿੱਲਤ ਸੀ। ਹਾਲਾਂਕਿ ਇਹ ਇਲਾਕਾ ਬਹੁਤ ਸੋਹਣਾ ਅਤੇ ਦਰਿਆਈ ਇਲਾਕਾ ਹੈ, ਪਹਾੜੀ ਇਲਾਕਾ ਹੈ, ਪਰ ਇਸ ਨਗਰ ਦੇ ਵਿੱਚ ਪਾਣੀ ਖਾਰਾ ਸੀ, ਖਾਰੇ ਪਾਣੀ ਸਨ ਇੱਥੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਥੇ ਆਪਣੇ ਪਵਿੱਤਰ ਚਰਨ ਛੋਹ ਜਿੱਥੇ ਪਾਏ, ਇੱਥੇ ਇੱਕ ਕਿਲ੍ਹਾ ਬਣਿਆ ਹੋਇਆ ਬਹੁਤ ਵੱਡਾ। 1542 ਦੇ ਵਿੱਚ ਇਹ ਕਿਲ੍ਹਾ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀ। ਇਹ ਹਿਸਟਰੀ ਦਾ ਇੱਕ ਪੱਖ ਹੈ। 1542 ਦੇ ਵਿੱਚ ਇਹ ਕਿਲ੍ਹਾ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ। ਸ਼ੇਰ ਸ਼ਾਹ ਸੂਰੀ ਕੌਣ ਹੈ? ਸ਼ੇਰ ਸ਼ਾਹ ਸੂਰੀ ਉਹ ਹੈ ਜਿਹਨੇ ਹੁਮਾਯੂੰ ਨੂੰ ਇੱਥੋਂ ਹਰਾਇਆ ਸੀਗਾ।
पानीपत की लड़ाई के विच। खैर एक वखरा विषय है। शेरशाह सूरी ने एक किला बनाया सी इत्थे, ये रोहताश का किला वजदा सी, 2.5 मील की दायरे दे विच किला बनिया सी। 68 इस दे बुरज सन। इस किले दे 68 बुरज सन ते 12 दरवाजे सन। सब तो वड्डा दरवाजा जिहड़ा सीगा वो 70 गज का दरवाजा सी। उस दरवाजे के बिल्कुल सामने सी नहीं, अज भी वो खंडर खड़े ने किले दे, ਉਹਦੇ सामने गुरु नानक साहब पातशाह आके बैठे सन उस थां ते। संगतां ने बेनती की सी, सतगुरु सच्चे पातशाह पानी की बहुत किल्लत है, पानी खारे ने, पानी है पर है खारा। एक मैं छोटी जी बेनती होर चेते आ गई। पानी कई बारी हुण साडे भी इत्थे गल चलदी है, बहुत लोग ये गल कहंदे ने, वो कहंदे तुसीं कहने हो भी पानी नित्ता प्रति लेवल थल्ले जा रहा है पानी का, पर पानी तो उपर आ रहा है। धरती की सतह के विचों जिमें जिमें असीं चंगे पानी कढ़ रहे हाँ, पानी का जिहड़ा लेवल है, जिहड़ा मिठा पानी उसका लेवल थल्ले जा रहा है। उपर खारा पानी आ गया है उपरली सतह ते हल्का, अते उस खारे पानी का करके साडे जीवन के उत्ते बड़ा बैड इफैक्ट, बुरा प्रभाव पै रहा है। इस तरह बहुतियां थावां ते चीज़ां पहलां भी वापरदियां सन, फिर गुरु की बख्शिश, गुरु की रहमत किते किते वापर जाती, किते किते गुरु की रहमत तो वांझे लोग भी रह जाते। गुरु नानक साहब पातशाह की आमद हुई इस इलाके दे विच, ते सतगुरु जदों आए इत्थे, सतगुरां ने रहमत की, बख्शिश की। सतगुरां दे चरण छोह वाली स्थान के उत्ते फिर चश्मा फुटिया। उस चश्मे का नाम सी चोआ। पोठोहार की बोली है, पोठोहार की बोली दे विच जिस तरह असीं चश्मा कह दिंदे आ, वो कहंदे ने चोआ। जिस तरह पंजा साहिब चश्मा फुटिया है, उस तरह चोआ साहिब भी चश्मा फुटिया। चोआ साहिब के स्थान के उत्ते सतगुरु पातशाह ने रहमत की। अज भी उस स्थान का पानी मिठा है चोआ साहिब का। गुरु साहब की याद में इत्थे गुरुद्वारा साहिब बाद विच बनिया। सतगुरां की याद वाले स्थान के नाल ही ये पिंड चगिरदे च वसिया होया रोहताश पिंड। इसे पिंड दे विच, इसे शहर दे विच अज ये शहर है। माता गुजर कौर, माता साहिब कौर का प्रकाश होया, जन्म होया। माता जी के पिता का नाम राबू सी, खत्तरी वंश के नाल संबंधित सन। बस्सी इन्हां दा गोत सी, जस देई इन्हां दी माता का नाम सी। बहुत लोग जदों हजूर साहब वाल असीं जाने हैं तो उस स्थान ते एक गोदावरी नदी के किनारे के उत्ते स्थान है माता साहिब कौर का। उस स्थान को असीं माता साहिब कौर का तप स्थान कहने हैं। असल दे विच ये जिहड़ी हैगी वारता दसम ग्रंथ के विचों, विचित्र नाटक के विचों जिहड़ी हैगी वो बहुती सुनाई जाती कि माँ जिथे कलगीधर पातशाह पूर्वले जन्मां दे विच तप अते तपस्या करते सन, उत्थे फिर माँ साहिब कौर भी उसे गोदावरी नदी के किनारे ते तप तपस्या करते सन। इस तरह की वारता है। खैर बचपन तो ही साहिब कौर की जिहड़ी प्रीत सीगी माता की, वो गुरु घर नाल जुड़ी हुई सी। 17 साल की उम्र हुई, विआह की गल हुई तो माता साहिब कौर ने इनकार कर दिता। पूर्वले जन्मां का जिहड़ा साडा संजोग है वो कलगीधर पातशाह के चरणों में, असीं संसारक विआह नहीं करवाउणा। जदों इस तरह हुंदा है तो सारी संगत जिहड़ी पोठोहार की संगत है, पोठोहार का इलाका है, झेलम दरिया के परले किनारे। ये पोठोहार भी पंजाबी का खिता है। मैं कई बार सोचता हुंदा है जदों गुरु घर की गल करते हैं, किस तरह गुरु घर दे विच त्रिवेणी संगम है। किस तरह माता साहिब कौर वो पोठोहार के इलाके दे ने, पोठोहार के सभ्याचार दे विच पले वड्डे होए ने। देखो जिहड़ी हैगी कल्चर किस तरह डेवलप हो रहा है, सभ्याचार किस तरह उन्नत हो रहा है, ये भी तुसीं नाल नाल देखो ना, कितनी कमाल की गल है। सभ्याचार किस तरह उन्नत हो रहा नाल नाल। माता साहिब कौर पोठोहारी सारा उस खिते दे विचों उस कल्चर दे नाल इंगेज ने, जुड़े हुए ने। दूजे हैं भाई हरजस ਦੀ ਸਪੁੱਤਰੀ माता जीता जी, माता जीत कौर। ਉਹਨੇ ਮਾਝੇ ਦੇ ਖਿੱਤੇ ਚੋਂ, ਕਿ ਲਾਹੌਰ ਮਾਝੇ ਦੇ ਨਾਲ ਪੈ ਗਿਆ ਸਾਰਾ, ਦੁਆਬਾ ਮਾਝਾ ਤੇ ਦੁਆਬਾ ਇਹ ਖਿੱਤਾ ਹੈ, ਪਾਣੀਆਂ ਦੇ ਵਿਚਕਾਰ ਦੇ ਇਲਾਕੇ।
ਲਾਹੌਰ ਦੇ ਖਿੱਤੇ ਦੇ ਨੇ ਮਾਤਾ ਜੀ, ਲਾਹੌਰ ਦੇ ਰਹਿਣ ਵਾਲੇ ਨੇ, ਭਾਈ ਹਰਜਸ ਦੇ ਪੁੱਤਰੀ। ਤੀਜੇ ਨੇ ਮਾਤਾ ਸੁੰਦਰੀ ਜੀ। ਮਾਤਾ ਸੁੰਦਰੀ ਜੀ ਰਾਮ ਕੁਮਰਾਵ ਦੀ ਪੁੱਤਰੀ ਹੈ, ਰਾਮ ਕੁਮਰਾਵ। ਅਤੇ ਮਾਤਾ ਸੁੰਦਰੀ ਜੀ ਦਾ ਜਿਹੜਾ ਪਿੰਡ ਹੈਗਾ ਉਹ ਬਜਵਾੜਾ ਸਾਹਿਬ ਹੈ, ਬਜਵਾੜਾ। ਬਜਵਾੜਾ ਅੱਜ ਪਤਾ ਨਹੀਂ ਤੁਹਾਨੂੰ, ਤੁਹਾਡੇ 'ਚੋਂ ਬਜਰਾਵਰ ਦੇ ਨੇੜੇ ਇੱਕ ਪਿੰਡ ਹੈ ਬਜਵਾੜਾ। ਹੁਣ ਹੋਰ ਨੇੜੇ ਮੈਂ ਲਿਜਾਵਾਂ ਤਾਂ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਇਹ ਪਿੰਡ ਹੈ, ਕੰਢੀ ਦਾ ਇਲਾਕਾ ਹੈ ਹੁਸ਼ਿਆਰਪੁਰ ਦਾ। ਇਹ ਦੁਆਬੇ ਦੇ ਖਿੱਤੇ 'ਚੋਂ ਆ ਰਹੇ ਨੇ ਮਾਤਾ ਜੀ। ਤੀਜੇ ਉਸੇ ਪਰਿਵਾਰ ਦੇ ਵਿੱਚ ਮਾਤਾ ਗੁਜਰ ਕੌਰ ਨੇ। ਮਾਤਾ ਗੁਜਰ ਕੌਰ ਦਾ ਜਿਹੜਾ ਬਚਪਨ ਹੈ ਉਹ ਲਖਨੌਰ ਸਾਹਿਬ ਦਾ ਹੈ, ਪਿਛੋਕੜ। ਕਰਤਾਰਪੁਰ ਸਾਹਿਬ ਪਰਿਵਾਰ ਕਾਫੀ ਸਮਾਂ ਰਿਹਾ। ਲਖਨੌਰ ਸਾਹਿਬ ਜਿਹੜਾ ਇਲਾਕਾ ਹੈਗਾ ਇਹ ਪੁਆਧ ਦਾ ਇਲਾਕਾ ਹੈ। ਪੁਆਧ ਇਹ ਵੀ ਪੰਜਾਬੀ, ਪੁਆਧੀ ਪੰਜਾਬੀ ਬੋਲੀ ਜਾਂਦੀ ਸੀ। ਅਤੇ ਪੁਆਧ ਦਾ ਜਿਹੜਾ ਇਲਾਕਾ ਹੈਗਾ ਇਹ ਵੀ ਚੰਡੀਗੜ੍ਹ ਦਾ ਜਿਹੜਾ ਖਿੱਤਾ ਅਸੀਂ ਕਹਿ ਦਿੰਦੇ, ਚੰਡੀਗੜ੍ਹ ਦਾ ਇਲਾਕਾ। ਇੱਥੇ ਬਹੁਤ ਪਿੰਡ ਉਜਾੜ ਕੇ, ਇੱਥੇ ਪੁਆਧ ਨੂੰ ਉਜਾੜ ਕੇ ਇੱਥੇ ਚੰਡੀਗੜ੍ਹ ਵਸਾ ਦਿੱਤਾ। ਹਾਲਾਂਕਿ ਚੰਡੀਗੜ੍ਹ ਤੋਂ ਸਾਨੂੰ ਕੋਈ ਬਹੁਤਾ ਕੋਈ ਲਾਭ ਹਾਨੀ ਨਹੀਂ ਹੈ। ਇਹ ਉਂਝ ਹੀ ਕੁਦਰਤ ਦਾ ਬਹੁਤ ਸੋਹਣਾ ਇੱਕ ਮੁਜੱਸਮਾ ਉਜਾੜ ਕੇ ਅਤੇ ਵਿਅਰਥ ਹੀ ਇੱਟਾਂ ਦੇ ਜਿਹੜਾ ਹੈਗਾ ਖੰਡਰ ਖੜ੍ਹੇ ਕਰ ਦਿੱਤੇ। ਚਲੋ ਬਹੁਤ ਲੋਕ ਇਹ ਮੰਨਦੇ ਨੇ ਵੀ ਚੰਡੀਗੜ੍ਹ ਸਾਡੇ ਵਾਸਤੇ ਬਹੁਤ ਜਿਹੜਾ ਹੈਗਾ ਕੋਈ, ਇਹਨੇ ਸਾਡਾ ਨੁਕਸਾਨ ਕੀਤਾ ਜਿੰਨਾ ਕੀਤਾ। ਕਿਵੇਂ ਕੀਤਾ ਹੈ? ਅਸੀਂ 40 ਸਾਲਾਂ ਤੋਂ ਇਹਦੇ ਵਾਸਤੇ ਲੜਦੇ ਆ ਰਹੇ ਹਾਂ। ਬਹੁਤ ਸ਼ਹਾਦਤਾਂ ਹੋ ਗਈਆਂ ਇਹਦੇ ਵਾਸਤੇ। ਚਲੋ ਇਸ ਪੱਖ ਵੱਲ ਨਹੀਂ ਜਾਣਾ, ਮੈਂ ਕਿਹੜੀ ਗੱਲ ਕਰਨੀ ਹੈ। ਪੁਆਧ ਦਾ ਇਲਾਕਾ ਉਜਾੜਿਆ ਗਿਆ, ਉਜਾੜ ਕੇ ਉੱਥੇ ਚੰਡੀਗੜ੍ਹ ਵਸਾਇਆ। ਮਾਤਾ ਗੁਜਰ ਕੌਰ ਪੁਆਧ ਦੇ ਇਲਾਕੇ ਦੇ ਨੇ, ਪੁਆਧੀ ਉਹਨਾਂ ਦੀ ਬੋਲੀ ਹੈ। ਅਤੇ ਕਲਗੀਧਰ ਪਾਤਸ਼ਾਹ ਦਾ ਬਚਪਨ ਬਿਹਾਰ ਦੇ ਵਿੱਚ ਬਤੀਤ ਹੋਇਆ। ਕਲਗੀਧਰ ਪਾਤਸ਼ਾਹ ਦੀ ਬੋਲੀ ਦੇ ਵਿੱਚ ਬਿਹਾਰੀ ਰੰਗ ਹੈ, ਬਿਹਾਰੀ ਰੰਗਤ ਹੈ। ਤੁਸੀਂ ਦੇਖੋ ਇੱਕ ਘਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਕਲਚਰ ਡਿਵੈਲਪ ਹੋ ਰਿਹਾ। ਜੇ ਇਕੱਲੇ ਘਰ ਦੀ ਗੱਲ ਕਰੀਏ ਤਾਂ ਜਿਸ ਤੋਂ ਅੱਗੇ ਲੰਘਾਂਗੇ ਤਾਂ ਗੱਲ ਫਿਰ ਹੋਰ ਜਿਹੜਾ ਹੈਗਾ ਗਹਿਰੀ ਚਲੇ ਜਾਏਗੀ। ਪਰ ਪੰਜ ਪਿਆਰੇ ਸਾਹਿਬਾਨ ਵੱਲ ਚੱਲਾਂਗੇ ਅਤੇ ਭਾਈ ਦਇਆ ਸਿੰਘ ਲਾਹੌਰ ਤੋਂ, ਭਾਈ ਧਰਮ ਸਿੰਘ ਦਿੱਲੀ ਤੋਂ, ਭਾਈ ਮੋਹਕਮ ਸਿੰਘ ਗੁਜਰਾਤ ਤੋਂ, ਭਾਈ ਹਿੰਮਤ ਸਿੰਘ ਜਿਹੜੇ ਨੇ ਉਹ ਆਪਣੇ ਜਗਨਨਾਥਪੁਰੀ ਤੋਂ, ਭਾਈ ਸਾਹਿਬ ਚੰਦ ਸਿੰਘ ਜਿਹੜੇ ਨੇ ਉਹ ਬਿਦਰ ਤੋਂ, ਉਹਨਾਂ ਦਾ ਸਥਾਨ ਵੀ ਬਣਿਆ ਹੋਇਆ ਕਰਨਾਟਕ ਦੇ ਵਿੱਚ। ਉੜੀਆ, ਕੰਨੜ, ਪੰਜਾਬੀ, ਹਿੰਦੀ, ਗੁਜਰਾਤੀ, ਪੰਜ ਸੱਭਿਆਚਾਰ ਇਕੱਠੇ ਹੋ ਰਹੇ ਨੇ। ਤਾਂ ਕਲਚਰ ਦੇਖੋ ਕਿਸ ਤਰ੍ਹਾਂ ਡਿਵੈਲਪ ਹੁੰਦਾ, ਕਿਵੇਂ ਗੁੰਦਿਆ ਜਾਂਦਾ ਕਲਚਰ, ਕਿੰਨਾ ਕਮਾਲ ਦਾ ਜਿਹੜਾ ਸਾਰੀ ਬਣਤ ਰਿਹਾ। ਖੈਰ ਮਾਤਾ ਸਾਹਿਬ ਕੌਰ ਦਾ ਜਿਹੜਾ ਜਨਮ ਹੈਗਾ ਉਹ ਪੋਠੋਹਾਰ ਦੇ ਇਲਾਕੇ ਦੇ ਵਿੱਚ ਹੁੰਦਾ। ਪੋਠੋਹਾਰ ਰੋਹਤਾਸ਼, ਗੁਰਦੁਆਰਾ ਚੋਆ ਸਾਹਿਬ, ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ। ਮਹਾਰਾਜਾ ਰਣਜੀਤ ਸਿੰਘ ਦਾ ਇਸ ਇਲਾਕੇ ਨਾਲ ਖਾਸ ਪ੍ਰੇਮ ਸੀ। ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਨੂੰ ਹਰਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ 'ਤੇ ਖਿੱਤੇ 'ਤੇ ਕਬਜ਼ਾ ਕੀਤਾ ਸੀਗਾ। ਸ਼ਾਹ ਜਮਾਨ ਸੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸੀ। ਸੰਮਣ ਬੁਰਜ 'ਤੇ ਵੀ ਉਸ ਦਾ ਕਬਜ਼ਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਵੀ ਭਜਾਇਆ ਸੀ ਉਸ ਨੂੰ। ਸ਼ਾਹ ਜਮਾਨ ਇੱਥੇ ਜਿਹੜਾ ਹੈਗਾ ਰੋਹਤਾਸ਼ ਦੇ ਕਿਲ੍ਹੇ ਦੇ ਉੱਤੇ ਵੀ ਉਸ ਦਾ ਕਾਬਜ ਸੀ। ਇੱਥੋਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਖਦੇੜਿਆ। ਮਹਾਰਾਜਾ ਰਣਜੀਤ ਸਿੰਘ ਜਦੋਂ ਸਰੀਰਕ ਰੂਪ ਵਿੱਚ ਕਿਤੇ ਬਿਮਾਰ ਹੋ ਜਾਂਦੇ, ਇਹ ਮੈਂ ਤੁਹਾਨੂੰ ਇੱਕ ਘਟਨਾ ਜਿਹੜੀ ਛੋਟੀ ਜਿਹੀ ਨਾਲ ਤੁਹਾਡੇ ਸਾਂਝੀ ਜ਼ਰੂਰ ਕਰਾਂਗਾ। ਮਹਾਰਾਜਾ ਰਣਜੀਤ ਸਿੰਘ ਜਦੋਂ ਕਿਤੇ ਬਿਮਾਰ ਹੋ ਜਾਂਦੇ ਸੀ ਸਰੀਰਕ ਰੂਪ ਵਿੱਚ, ਤਾਂ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵਧੀਆ ਥਾਂ ਇਹ ਰੋਹਤਾਸ਼ ਜਾਣਾ ਪਸੰਦ ਕਰਦੇ ਸਨ। ਅਤੇ ਉਹਨਾਂ ਨੂੰ ਕਈ ਵਾਰੀ ਪੁੱਛਿਆ ਜਾਂਦਾ ਸੀ, ਕਹਿੰਦੇ ਵੀ ਤੁਸੀਂ ਜਦੋਂ ਬਿਮਾਰ ਹੋ ਜਾਂਦੇ ਹੋ ਤੁਸੀਂ ਰੋਹਤਾਸ਼ ਹੀ ਕਿਉਂ ਜਾਂਦੇ ਹੋ? ਹੋਰ ਤੁਹਾਡੇ ਇਲਾਕੇ ਦੇ ਵਿੱਚ ਜੰਮੂ ਕਸ਼ਮੀਰ ਵਰਗਾ ਖਿੱਤਾ ਵੀ ਤੁਹਾਡੇ ਅੰਦਰ ਆਉਂਦਾ ਹੈ, ਕਿਉਂਕਿ ਇਹ ਰੋਹਤਾਸ਼ ਦਾ ਇਲਾਕਾ ਵੀ ਕਸ਼ਮੀਰੀ ਪਹਾੜੀਆਂ ਦੇ ਨਾਲ ਹੀ ਪੈਂਦਾ ਹੈ। ਹਿਮਾਲਾ ਪਰਬਤ ਦੀਆਂ ਲੜੀਆਂ ਹੀ ਨੇ ਉੱਥੋਂ ਤਾਈ। ਹਿਮਾਲਾ ਪਰਬਤ ਬਹੁਤ ਲੰਮਾ ਚੌੜਾ ਹੈ। ਕਹਿੰਦੇ ਤੁਸੀਂ ਉੱਥੇ ਹੀ ਜਾਣਾ ਕਿਉਂ ਪਸੰਦ ਕਰਦੇ ਹੋ? ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਬੜੀ ਕਮਾਲ ਦੀ ਗੱਲ ਉਹਨਾਂ ਨੇ ਕਹਿਣੀ, ਕਿਉਂਕਿ ਅਸੀਂ ਇਹ ਗੱਲਾਂ ਵੱਲ ਬਹੁਤ ਧਿਆਨ ਨਹੀਂ, ਅਸੀਂ ਮਾਤਾ ਸਾਹਿਬ ਕੌਰ ਨੂੰ ਉਹਨਾਂ ਯਾਦ ਹੀ ਨਹੀਂ ਕਰ ਸਕੇ। ਸਾਨੂੰ ਅਹਿਸਾਸ ਹੀ ਨਹੀਂ ਹੈਗਾ ਕਿ ਪੰਥ ਦੀ ਮਾਂ ਸਾਡੀ ਮਾਂ, ਅਤੇ ਮਾਂ ਨੂੰ ਯਾਦ ਕਰਨਾ ਤਾਂ ਪੁੱਤ ਫਕਰ ਨਾਲ ਆਪਣੀ ਮਾਂ ਨੂੰ, ਫਿਰ ਮਾਂ ਵੀ ਇੰਨੀ ਉੱਚੀ ਅਤੇ ਸੁੱਚੀ ਕੋਰੀ ਮਾਂ,
ਕੋੜੇ ਕੋਰੇ ਘੜੇ ਵਰਗੀ, ਅਤੇ ਕੋਰਾ ਘੜਾ ਹਮੇਸ਼ਾ ਠੰਡਾ ਹੁੰਦਾ ਹੈ। ਪਵਿੱਤਰ ਮਾਂ ਪੰਥ ਨੂੰ ਜਿਸ ਦੀ ਝੋਲੀ ਪਾਇਆ, ਉਹ ਮਾਂ ਵੀ ਬੜੀ ਪਵਿੱਤਰ, ਬੜੀ ਸੁੱਚੀ, ਸੰਸਾਰਕ ਪੱਖ ਤੋਂ ਵੀ, ਅਧਿਆਤਮਿਕ ਪੱਖ ਤੋਂ ਤਾਂ ਫਿਰ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਅਪਰੋਚ ਹੀ ਨਹੀਂ ਕਰ ਸਕਦੇ ਉੱਥੋਂ ਤੱਕ। ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਫਿਰ ਪੁੱਛਿਆ ਜਾਂਦਾ ਵੀ ਤੁਸੀਂ ਉੱਥੇ ਹੀ ਜਾਣਾ ਕਿਉਂ ਪਸੰਦ ਕਰਦੇ ਹੋ, ਕਾਰਨ ਕੀ ਹੈ ਤੁਹਾਨੂੰ, ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜਦੋਂ ਬੱਚਾ ਬਿਮਾਰ ਹੁੰਦਾ ਨਾ, ਕਹਿੰਦੇ ਉਹਨੂੰ ਵੈਦਾਂ ਦੇ ਨਾਲੋਂ, ਉਹਨੂੰ ਡਾਕਟਰਾਂ ਦੇ ਨਾਲੋਂ ਵੀ ਵੱਧ ਲੋੜ ਮਾਂ ਦੀ ਗੋਦ ਦੀ ਹੁੰਦੀ ਹੈ। ਵਾਹ, ਕਿੰਨਾ ਸਮਝਦਾ ਸੀ ਉਹ ਇਹਨਾਂ ਗੱਲਾਂ ਨੂੰ, ਕਿੰਨਾ ਸਿਆਣਾ ਬਾਦਸ਼ਾਹ ਸੀ ਸਾਡਾ। ਕਹਿੰਦੇ ਵੈਦਾਂ ਅਤੇ ਡਾਕਟਰਾਂ ਨਾਲੋਂ ਵੀ ਵੱਧ ਲੋੜ ਮਾਤਾ ਦੀ ਗੋਦ ਦੀ ਹੁੰਦੀ ਹੈ। ਅਤੇ ਕਹਿੰਦਾ ਜਦੋਂ ਮੈਂ ਮਾਂ ਸਾਹਿਬ ਕੌਰ ਦੇ ਪਿੰਡ ਚਲਾ ਜਾਂਦਾ ਨਾ, ਰੋਹਤਾਸ਼ ਮਾਂ ਸਾਹਿਬ ਕੌਰ ਦਾ ਪਿੰਡ, ਕਹਿੰਦੇ ਫਿਰ ਉਦੋਂ ਮੈਨੂੰ ਇਹ ਮਹਿਸੂਸ ਹੁੰਦਾ ਮੈਂ ਮਾਂ ਸਾਹਿਬ ਕੌਰ ਦੀ ਗੋਦ ਵਿੱਚ ਬੈਠਾ, ਮੇਰਾ ਦਰਦ ਹੀ ਖਤਮ ਹੋ ਜਾਂਦਾ ਸਾਰਾ, ਦਵਾ ਦੀ ਲੋੜ ਹੀ ਕੋਈ ਨਹੀਂ। ਬੱਚਾ ਵੀ ਜਦੋਂ ਰੋਂਦਾ ਹੋਵੇ ਨਾ, ਤਾਂ ਮਾਂ ਦੀ ਗੋਦੀ ਵਿੱਚ ਜਾਂਦੇ ਹੀ, ਤਕਲੀਫ ਵਿੱਚ ਵੀ ਕਿਉਂ ਨਾ ਹੋਵੇ, ਬੱਚਾ ਚੁੱਪ ਕਰ ਜਾਂਦਾ ਬਹੁਤ ਛੇਤੀ। ਉਸੇ ਤਰ੍ਹਾਂ ਹੀ ਦੁਨੀਆ ਦੇ ਦੁੱਖਾਂ ਤੋਂ ਨਿਜਾਤ ਚਾਹੁੰਦੇ ਤਾਂ ਮਾਂ ਸਾਹਿਬ ਕੌਰ ਦੀ ਗੋਦ ਵਿੱਚ ਬੈਠੀਏ ਆ ਕੇ। ਮਾਂ ਸਾਹਿਬ ਕੌਰ ਦੀ ਗੋਦ ਦੇ ਵਿੱਚ ਬੈਠਣਾ ਕੀ ਹੈ? ਮਾਂ ਸਾਹਿਬ ਕੌਰ ਦੇ ਵਿੱਚ ਕੁਝ ਖਾਸ ਗੁਣ ਨੇ। ਇੱਕ ਤਾਂ ਮਾਂ ਸਾਹਿਬ ਕੌਰ ਜਿਨ੍ਹਾਂ ਦੀ ਝੋਲੀ ਵਿੱਚ ਪੰਥ ਖਾਲਸਾ ਪਾਇਆ ਹੋਇਆ ਹੈ। ਮਾਂ ਸਾਹਿਬ ਕੌਰ ਦੀ ਇੱਕ ਖਾਸੀਅਤ ਸੀ, ਮੈਂ ਜਿਹੜੀ ਬੇਨਤੀ ਆਰੰਭਤਾ ਦੇ ਵਿੱਚ ਕਰ ਰਿਹਾ ਸੀਗਾ, ਬੱਚੇ ਦੇ ਉੱਤੇ ਮਾਂ ਦੇ ਸੁਭਾਅ ਦਾ ਪ੍ਰਭਾਵ ਪੈਂਦਾ ਹੈ, ਬੱਚੇ ਅਤੇ ਮਾਂ ਦੇ ਸੁਭਾਅ ਦਾ ਪ੍ਰਭਾਵ ਪੈਂਦਾ ਹੈ। ਸਾਡੇ ਉੱਤੇ ਬਹੁਤਾ ਪ੍ਰਭਾਵ ਮਾਤਾ ਸਾਹਿਬ ਕੌਰ ਦਾ ਹੈ, ਅਸੀਂ ਮੰਨੀਏ ਜਾਂ ਨਾ ਮੰਨੀਏ, ਖਾਲਸਾ ਪੰਥ ਦੇ ਉੱਤੇ ਪ੍ਰਭਾਵ ਹੈ ਮਾਂ ਸਾਹਿਬ ਕੌਰ ਦਾ। ਮਾਂ ਸਾਹਿਬ ਕੌਰ ਦਾ ਪਹਿਲਾ ਗੁਣ ਸੀ ਜਾਂ ਗੁਣ ਹੈ, ਕਿਉਂਕਿ ਮਾਂ ਸਾਹਿਬ ਕੌਰ ਕਿਹੜਾ ਗਏ ਨੇ, ਸਾਡੇ ਵਿੱਚ ਨੇ ਅੱਜ ਵੀ। ਉਹਨਾਂ ਦਾ ਪਹਿਲਾ ਗੁਣ ਹੈ ਕਿ ਮਾਂ ਸਾਹਿਬ ਕੌਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਿਨਾਂ ਰੋਟੀ ਨਹੀਂ ਸੀ ਖਾਂਦੇ, ਪ੍ਰਸ਼ਾਦਾ ਨਹੀਂ ਸੀ ਛਕਦੇ। ਪਰ ਸਮੱਸਿਆ ਇਹ ਉਦੋਂ ਖੜੀ ਹੋ ਗਈ ਜਦੋਂ ਕਲਗੀਧਰ ਪਾਤਸ਼ਾਹ ਅਤੇ ਮਾਂ ਸਾਹਿਬ ਕੌਰ, ਬੀਬੀ ਭਾਗੋ ਅਤੇ ਬੀਬੀ ਬੀਬੋ, ਮਾਤਾ ਸੁੰਦਰ ਕੌਰ, ਭਾਈ ਮਣੀ ਸਿੰਘ, ਇਹ ਪਰਿਵਾਰ ਦਾ ਇੱਕ ਟੁਕੜਾ ਕਲਗੀਧਰ ਪਾਤਸ਼ਾਹ ਤੋਂ ਵਿਛੜਨ ਲੱਗਿਆ ਦਿੱਲੀ ਦੇ ਵਿੱਚ। ਅਤੇ ਉੱਥੇ ਫਿਰ ਵਾਹਿਗੁਰੂ ਦਿੱਲੀ ਵੱਲ ਨੂੰ ਜਾ ਰਿਹਾ ਹੈ, ਸਰਸਾ ਨਦੀ ਦੇ ਕਿਨਾਰੇ 'ਤੇ ਵਿਛੋੜਾ ਪੈਣ ਲੱਗਿਆ। ਹੁਣ ਮਾਂ ਸਾਹਿਬ ਕੌਰ ਨੇ ਕਦੇ ਕਲਗੀਧਰ ਪਾਤਸ਼ਾਹ ਨੂੰ ਦੀਦਾਰੇ ਤੋਂ ਬਿਨਾਂ, ਦੇਖੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਸੀ ਛਕਿਆ ਆਪਣੀ ਜ਼ਿੰਦਗੀ ਦੇ ਵਿੱਚ। ਅਤੇ ਫਿਰ ਉਸ ਵਕਤ ਕਲਗੀਧਰ ਪਾਤਸ਼ਾਹ ਨੇ ਮਾਤਾ ਵੱਲ ਦੇਖਿਆ ਅਤੇ ਮਾਂ ਸਾਹਿਬ ਕੌਰ ਨੇ ਦੋਨੋਂ ਹੱਥ ਜੋੜੇ, ਸਤਿਗੁਰੂ ਤੁਹਾਡੇ ਤੋਂ ਬਿਨਾਂ ਤਾਂ ਕਦੇ ਅਨਾਜ ਵੀ ਜੇਵਿਆ ਨਹੀਂ ਸੀ। ਹੁਣ ਸਾਹਿਬ ਪਾਤਸ਼ਾਹ ਕਹਿੰਦੇ ਤੁਸੀਂ ਸਾਡੇ ਦਰਸ਼ਨ ਦੀਦਾਰ ਪਾਉਣ ਵਾਸਤੇ ਤੁਹਾਨੂੰ ਕੁਝ ਦਿੰਦੇ। ਇੱਕ ਸਤਿਗੁਰਾਂ ਨੇ ਕਟਾਰ ਦਿੱਤੀ ਸੀ, ਸਤਿਗੁਰਾਂ ਨੇ 2 ਜਮਤਰ ਦਿੱਤੇ ਸਨ। ਜਮਤਰ ਇੱਕ ਸ਼ਸਤਰ ਹੁੰਦਾ, ਜਮਤਰ। ਇੱਕ ਖੰਡਾ ਦਿੱਤਾ ਸੀ ਸਤਿਗੁਰਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ 5 ਸ਼ਸਤਰ ਦਿੱਤੇ ਸਨ ਉਸ ਵਕਤ ਮਾਤਾ ਨੂੰ। ਇੱਕ ਪੋਥੀ ਦਿੱਤੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ, ਅਤੇ ਸਤਿਗੁਰਾਂ ਨੇ ਫਿਰ ਕਿਹਾ ਸੀ, ਕਹਿਣ ਲੱਗੇ ਇਹਨਾਂ ਸ਼ਸਤਰਾਂ ਦੇ ਅਤੇ ਇਸ ਪੋਥੀ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕ ਲੈਣਾ ਬਸ। ਸਿੱਖ ਦੇ ਵਿੱਚ ਵੀ ਇਹ ਚੀਜ਼ ਹੈ, ਨਿਤਨੇਮ ਤੋਂ ਬਿਨਾਂ ਪ੍ਰਸ਼ਾਦਾ ਗ੍ਰਹਿਣ ਨਹੀਂ ਕਰਨਾ, ਗੁਰੂ ਦੇ ਦਰਸ਼ਨ ਕਰੇ ਤੋਂ ਬਿਨਾਂ ਪ੍ਰਸ਼ਾਦਾ ਗ੍ਰਹਿਣ ਨਹੀਂ ਕਰਨਾ। ਇਹ ਮਾਂ ਸਾਹਿਬ ਕੌਰ ਦਾ ਗੁਣ ਹੈ ਸਾਡੇ ਵਿੱਚ। ਮਾਂ ਸਾਹਿਬ ਕੌਰ ਬੰਦਗੀ ਦੇ ਬਹੁਤ ਪਾਬੰਦ ਸਨ, ਬੰਦਗੀ ਬਹੁਤ ਕੀਤੀ ਉਹਨਾਂ ਨੇ, ਸਿਮਰਨ ਬਹੁਤ ਕੀਤਾ। ਅਤੇ ਮਾਂ ਸਾਹਿਬ ਕੌਰ ਦਾ ਇਹ ਦੂਜਾ ਵੱਡਾ ਗੁਣ ਸਿੱਖ ਦੇ ਵਿੱਚ ਵੀ ਆ ਗਿਆ। ਅੱਜ ਜਿਹੜਾ ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ ਜਿਹੜੇ ਅਸੀਂ ਕਰਦੇ ਨਾ, ਬਾਣੀ ਪੜ੍ਹਦੇ ਹਾਂ, ਇਹ ਅਸਲ ਦੇ ਵਿੱਚ ਮਾਂ ਸਾਹਿਬ ਕੌਰ ਦਾ ਗੁਣ ਆ, ਕਿਉਂਕਿ ਇਹ ਬੰਦਗੀ ਅਤੇ ਸਿਮਰਨ ਦੀ ਜਾਚ, ਲੰਮਾ ਸਮਾਂ ਬੈਠ ਕੇ ਬਾਣੀ ਪੜ੍ਹਨ ਦੀ ਇਹ ਜੁਗਤੀ ਸਾਨੂੰ ਮਾਂ ਸਾਹਿਬ ਕੌਰ ਦੇ ਕੇ ਗਏ ਨੇ। ਪੰਥ ਮਾਤਾ ਸਾਹਿਬ ਕੌਰ ਦੀ ਇੱਕ ਖਾਸੀਅਤ ਹੋਰ ਸੀ, ਉਹ ਹਮੇਸ਼ਾ ਆਪਣੇ ਪੁੱਤਰ ਨੂੰ ਵੱਧਦਾ ਅਤੇ ਫੁੱਲਦਾ ਦੇਖਣਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਤੋਂ ਉਪਰੰਤ 8 ਹੁਕਮਨਾਮੇ ਲਿਖੇ ਨੇ ਮਾਂ ਸਾਹਿਬ ਕੌਰ ਨੇ, ਅਤੇ ਉਹਨਾਂ 8 ਦੇ ਵਿੱਚ
ਖਾਲਸੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਤੇ ਵਧਣ ਤੇ ਫੁੱਲਣ ਦੀ ਕਾਮਨਾ ਕੀਤੀ। ਇੱਕ ਹੁਕਮਨਾਮੇ ਦੇ ਵਿੱਚ ਤਾਂ ਉਹਨਾਂ ਨੇ ਇਹ ਵੀ ਦਰਜ ਕੀਤਾ ਕਿ ਪੰਥ ਆਪਸ ਵਿੱਚ ਦਫੇੜ ਨਾ ਪਾਵੇ। ਗਿਆਨੀ ਹਰੀ ਸਿੰਘ ਭਾਸ਼ਾ ਭਾਵ ਦੇ ਵਿੱਚੋਂ ਕਿਤਾਬ ਛਪੀ ਸੀ ਮਾਤਾ ਸਾਹਿਬ ਕੌਰ ਦੀ, ਉਹਦੇ 'ਚ ਜ਼ਿਕਰ ਕਰਦੇ ਨੇ। ਉਹ ਕਹਿੰਦੇ ਵੀ ਮਾਂ ਨੇ ਜਿਹੜਾ ਹੁਕਮਨਾਮਾ, ਕਿਉਂਕਿ ਕੁਝ ਲੋਕਾਂ ਨੇ ਮਾਤਾ ਸੁੰਦਰ ਕੌਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਨ, ਅਖੀਰ ਨੂੰ ਮਾਤਾ ਸਾਹਿਬ ਕੌਰ ਦਾ ਜਿਹੜਾ ਜੋਤੀ ਜੋਤ ਸਮਾਉਣ ਦਾ ਸਥਾਨ ਆ, ਮੈਂ ਹੁਣ ਦੇਖੋ ਕੀ ਕਹਾਂ। ਕੱਲ੍ਹ ਮੈਂ ਗੱਲ ਕਰ ਰਿਹਾ ਸੀਗਾ ਇੱਕ ਦੋ ਸੱਜਣਾਂ ਦੇ ਨਾਲ, ਗੱਲ ਹੋਈ ਮਾਂ ਸਾਹਿਬ ਕੌਰ ਦੀ। 90% ਲੋਕਾਂ ਨੂੰ ਇਹ ਨਹੀਂ ਪਤਾ ਮਾਂ ਸਾਹਿਬ ਕੌਰ ਦੇ ਜੋਤੀ ਜੋਤ ਸਮਾਉਣ ਦਾ ਸਥਾਨ ਕਿਹੜਾ ਹੈ, ਪਰ 90 ਮੈਂ ਘੱਟ ਕਹਿ ਦਿੱਤਾ, ਵੱਧ ਹੀ ਹੋਣਗੇ। ਬਹੁਤੇ ਲੋਕਾਂ ਨੂੰ ਨਹੀਂ ਪਤਾ। ਪੰਥ ਦੀ ਮਾਂ ਹੋਵੇ, ਸਾਡੀ ਮਾਂ ਹੋਵੇ, ਤੇ ਸਾਨੂੰ ਇਹ ਨਾ ਪਤਾ ਹੋਵੇ ਮਾਂ ਦਾ ਅੰਤਮ ਸੰਸਕਾਰ ਕਿੱਥੇ ਹੋਇਆ ਹੈ। ਇਹ ਬਦਕਿਸਮਤੀ ਹੈ ਸਾਡੀ। ਕੋਈ ਸਮਾਂ ਬਣਿਆ, ਮੈਂ ਅਗਲੇ ਦਿਨਾਂ ਦੇ ਵਿੱਚ ਮਾਤਾ ਸਾਹਿਬ ਕੌਰ ਦੇ ਜੀਵਨ ਦੇ ਉੱਤੇ ਕੁਝ ਬਾਤਾਂ ਹੋਰ ਯਤਨ ਕਰਾਂਗਾ, ਪਾਈਆਂ ਜਾਣ। ਪੰਥ ਦੀ ਮਾਤਾ ਸਾਹਿਬ ਕੌਰ, ਸਾਡੀ ਮਾਂ ਸਾਹਿਬ ਕੌਰ, ਬੰਦਗੀ ਦੀ ਦੇਵੀ, ਸੱਚ ਦਾ ਮੁਜੱਸਮਾ। ਪੰਥ ਨੂੰ 39 ਸਾਲ ਜਿਨ੍ਹਾਂ ਨੇ ਪਾਲਿਆ, ਕਿਉਂਕਿ 9 ਸਾਲ ਦੀ ਉਮਰ ਦੇ ਵਿੱਚ ਖਾਲਸਾ ਪੰਥ ਕਲਗੀਧਰ ਪਾਤਸ਼ਾਹ ਨੇ ਮਾਂ ਦੀ ਝੋਲੀ ਵਿੱਚ ਪਾ ਦਿੱਤਾ ਸੀਗਾ ਵੀ ਇਹ ਤੇਰਾ ਪੁੱਤਰ ਹੈ। 1747 ਤੱਕ ਪੰਥ ਦੀ ਸੰਭਾਲ ਕਰਦੇ ਰਹੇ, ਅਤੇ 1747 ਤੱਕ ਜਦੋਂ ਤੱਕ ਮਾਂ ਨੇ ਉਸ ਪੰਥ ਨੂੰ ਜਵਾਨ ਕੀਤਾ, ਖਾਲਸਾ ਪੰਥ ਫਿਰ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨਾਲ ਟੱਕਰਾਂ ਲੈਣ ਦੇ ਯੋਗ ਹੋ ਗਿਆ। 1747 ਦੇ ਵਿੱਚ ਉਹ ਵੀ ਸਮਾਂ ਆਇਆ ਜਦੋਂ ਪੰਥ ਨੇ ਇੱਕ ਘੱਲੂਘਾਰੇ ਦਾ ਸਾਹਮਣਾ ਵੀ ਕਰ ਲਿਆ ਸੀ। ਲਖਪਤ ਰਾਏ ਅਤੇ ਜਸਪਤ ਰਾਏ ਨੂੰ ਸੋਧਾ ਵੀ ਲਾ ਦਿੱਤਾ ਸੀ ਪੰਥ ਨੇ। ਕਾਹਨੂੰਵਾਨ ਦੀ ਸ਼ੰਭ ਦੀ ਸਾਰੀ ਘਟਨਾਵਲੀ ਵੀ ਵਾਪਰ ਗਈ ਸੀ, ਅਤੇ ਇਸ ਧਰਤੀ ਦੀ ਸਭ ਤੋਂ ਵੱਡੀ ਤਾਕਤ ਉਦੋਂ ਅਬਦਾਲੀਆਂ ਦੀ ਤਾਕਤ ਨੇ ਵੀ ਗੁਰੂ ਕੇ ਖਾਲਸੇ ਦਾ ਲੋਹਾ ਮੰਨ ਲਿਆ ਸੀ। ਇਹ ਸਮਾਂ ਉਹ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਖਾਲਸੇ ਨੂੰ ਆਪ, ਕਿਉਂਕਿ ਨਵਾਬ ਕਪੂਰ ਸਿੰਘ ਦਾ ਸਮਾਂ ਵੀ ਇੱਥੇ ਆਉਂਦਾ 35-36, ਇਹ ਸਮਾਂ ਆ ਗਿਆ 1735-36 ਦਾ ਇਹ ਸਮਾਂ। ਇਹ ਉਹ ਸਮਾਂ ਸੀ ਜਿਹੜੇ ਸਮੇਂ ਦੇ ਵਿੱਚ ਖਾਲਸਾ ਪੰਥ ਜਵਾਨ ਹੋ ਰਿਹਾ ਸੀ, ਅਤੇ ਕਿਹਦੀ ਅਗਵਾਈ ਵਿੱਚ? ਪਾਲਣ ਵਾਲੀ ਮਾਂ ਸਾਹਿਬ ਕੌਰ ਦੀ ਅਗਵਾਈ ਵਿੱਚ। ਅਸੀਂ ਬਹੁਤ ਘੱਟ ਜ਼ਿਕਰ ਕਰਦੇ, ਅਸੀਂ ਇਤਿਹਾਸ ਦਾ ਜ਼ਿਕਰ ਤਾਂ ਇਹ ਕਰਦੇ ਹਾਂ ਕਿ ਇਸ ਸਮੇਂ ਪੰਥ ਨੇ ਇਤਿਹਾਸ ਲਿਖਿਆ। ਭਾਈ ਤਾਰੂ ਸਿੰਘ ਦੀ ਸ਼ਹਾਦਤ, ਜਿਹੜੀ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹੈ, ਖੋਪੜ ਲੈ ਜਾਂਦਾ ਹੈ, ਇਹ ਮਾਂ ਸਾਹਿਬ ਕੌਰ ਦੀ ਹਯਾਤੀ ਵਿੱਚ ਹੁੰਦੀ ਹੈ। ਮਾਂ ਸਾਹਿਬ ਕੌਰ ਉਦੋਂ ਪੰਥ ਦੀ ਅਗਵਾਈ ਕਰ ਰਹੇ ਸੀ। ਮਾਂ ਸਾਹਿਬ ਕੌਰ ਦੇ ਥਾਪੜੇ ਨਾਲੇ ਸ਼ਹਾਦਤਾਂ ਹੋਈਆਂ ਨੇ। ਅਸੀਂ ਪਤਾ ਨਹੀਂ ਕਿਵੇਂ ਉਸ ਇੱਕ ਮਹਾਨ ਕਰੈਕਟਰ ਨੂੰ, ਜਿਹਦੇ ਤੋਂ ਚਾਨਣ ਮੁਨਾਰਾ ਜਿਹੜਾ ਸਾਨੂੰ ਭਾਣਾ ਮੰਨਣ ਦਾ ਬਲ ਅਤੇ ਸਮਰੱਥਾ ਬਖਸ਼ਦਾ ਹੈ, ਉਸ ਨੂੰ ਕਿਵੇਂ ਵਿਸਾਰ ਦਿੱਤਾ ਕਿ 40 ਸਾਲ ਪੰਥ ਦੀ ਅਗਵਾਈ ਜਿਨ੍ਹਾਂ ਨੇ ਕੀਤੀ। ਸਵੇਗ ਸਿੰਘ ਸ਼ਹਿਬਾਜ਼ ਸਿੰਘ ਦੀ ਸ਼ਹਾਦਤ ਹੋ ਜਾਂਦੀ, ਚਰਖੜੀਆਂ 'ਤੇ ਚਾੜ੍ਹਿਆ ਜਾਂਦਾ ਦੋਨੋਂ ਪਿਓ ਅਤੇ ਪੁੱਤਰ ਨੂੰ, ਮਾਂ ਸਾਹਿਬ ਕੌਰ ਦੀ ਹਯਾਤੀ ਵਿੱਚ ਹੁੰਦੀ। ਭਾਈ ਸਾਹਿਬ ਭਾਈ ਮਣੀ ਸਿੰਘ ਦਾ ਬੰਦ ਕੱਟਿਆ ਜਾਂਦਾ ਲਾਹੌਰ ਦੇ ਨਖਾਸ ਚੌਂਕ ਵਿੱਚ, ਮਾਂ ਸਾਹਿਬ ਕੌਰ ਉਦੋਂ ਮੌਜੂਦ ਨੇ, ਪੰਥ ਨੂੰ ਅਗਵਾਈ ਦੇਣ ਵਾਲੇ। 1747 ਤੱਕ ਮਾਂ ਸਾਹਿਬ ਕੌਰ ਰਹੇ। 66 ਸਾਲ ਦੀ ਉਮਰ ਦੇ ਵਿੱਚ ਉਹ ਜੋਤ ਲੀਨ ਹੋਈ, ਅਤੇ 1746 ਦੇ ਵਿੱਚ ਪਹਿਲਾ ਘੱਲੂਘਾਰਾ ਹੁੰਦਾ ਹੈ। 46 ਅਤੇ 62 ਦੋ ਘੱਲੂਘਾਰੇ ਹੋਏ ਨੇ। 1746 ਵਿੱਚ ਪਹਿਲਾ ਘੱਲੂਘਾਰਾ ਹੁੰਦਾ ਹੈ, ਜਿਹਦੇ ਵਿੱਚ ਦੋ ਖੱਤਰੀ ਭਰਾ ਲਖਪਤ ਰਾਏ ਅਤੇ ਜਸਪਤ ਰਾਏ ਦਾ ਸਾਹਮਣਾ ਜਥੇਦਾਰ ਬਾਬਾ ਨਬਾਹੂ ਸਿੰਘ ਵਰਗੇ ਜਸਪਤ ਰਾਏ ਦਾ ਸਿਰ ਵੱਢ ਕੇ ਲਿਆਉਂਦੇ ਨੇ ਹਾਥੀ ਦੇ ਉੱਤੇ ਬੈਠੇ ਦਾ। ਪੰਥ ਨੂੰ ਫਿਰ ਵੱਡੀਆਂ ਤਾਕਤਾਂ ਜਿਹੜੀਆਂ ਨੇ ਪੰਥ ਦਾ ਸਾਹਮਣਾ ਨਹੀਂ ਕਰ ਸਕਦੀਆਂ, ਅਤੇ ਫਿਰ ਉੱਥੇ ਜਾ ਕੇ ਉਹਨਾਂ ਨੇ ਨਵਾਬੀ ਦਾ ਜਿਹੜਾ ਰੁਕਾ ਹੈ, ਦੇਖੋ ਮਾਂ ਨੇ ਕਿੰਨੀ ਮੁਸ਼ੱਕਤ ਦੇ ਨਾਲ ਆਪਣੇ ਪੁੱਤਰ ਨੂੰ ਪਾਲਿਆ ਹੋਵੇਗਾ। ਮੈਂ ਇੱਕ ਬੇਨਤੀ ਕਰਦਾ, ਛੋਟੀ ਜੀ ਕਰਕੇ ਬੇਨਤੀ, ਫਿਰ ਸਮਾਪਤੀ ਕਰ ਦੇਣੀ ਹੈ। ਮਾਂ ਸਾਹਿਬ ਕੌਰ ਧੰਨ ਹੈ ਜਿਨ੍ਹਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਅੱਜ। ਕਿਸੇ ਬੱਚੇ ਨੂੰ, ਮੈਂ ਪਰਸੋਂ ਜਾਂ ਚੌਥੇ ਇੱਕ ਦੇਖ ਰਿਹਾ ਸੀਗਾ, ਨਿਊਜ਼ ਆ ਰਹੀ ਸੀਗੀ ਖਬਰ,
एक लड़की है, माता पिता ने बहुत केयर की तो बच्ची नूं 4 नौकरियां की ऑफर आई, 4 नौकरियां का ऑफर लैटर भी 4 नौकरियां 4 पासे ते तुहाडे कोले ऑप्शन ने, तुसीं किसे च लग सकते हो। तो फिर वो जदों लड़की नूं गलबात हुई उहदे नाल, वो कहंदी भी तुसीं इस चीज़ का सेहरा किहनूं दिंदे हो, कहंदी मैं अपने माँ ते अपने प्यो नूं, क्योंकि जिन्ना टाइम मैं पढ़ती सी, वो लड़की कह रही जिन्ना टाइम मैं पढ़ती सी मेरी माँ उन्ना टाइम मेरे कोले बैठी रहिंदी सी, मैं इकल्ली नहीं रातां झाकी, मेरी माँ ने भी रातां झाकियां। फिर किते जाके मैनूं ये नौकरियां दे ऑफर आप आए ने, मैनूं आप कह रहे हैं भी आ फलानी नौकरी तुसीं ग्रहण करो, आके अपॉइंट हो जाओ तुसीं इत्थे। संसारक एक छोटी जी नौकरी, वो नौकरी का ऑफर आ गया तो फिर लड़की अपनी माँ नूं ते अपने पिता नूं उहदा सेहरा दे रही है। तो एक दिन ऐसा आउंदा है कि खालसा पंथ नूं नवाबी का ऑफर आउंदा है, नवाबी की खिल्लत आउंदी है, नवाबी का रुक्का लिख के भेजा जाता, तुसीं पंजाब दे नवाब बनो, असीं तुहानूं नवाबी देण लई तैयार हाँ। उत्थे असीं फिर माँ साहिब कौर नूं याद करना भुल जाते हैं कि अगवाई पंथ की माँ साहिब कौर कर रही सी उस वक्त। तो नवाबी भी फिर देखो माँ ने किन्ना सानू किस तरह का सानू जिहड़ा किन्ना मजबूत किया पंथ नूं, वो नवाबी का रुक्का भेजते हैं तो पंथ अगों की करदा है, पंथ अगों एक छोलियां की जिहड़ी हैगी है चनियां की भुजे हुए छोले, उन्हां दी एक पोटली, उन्हां दे जिहड़े मेवे ने ना सुक्के किशमिश उहदे उत्ते रख दिंदा है। वो कहंदे अपने शाह नूं कह दिओ जाके असीं नवाबी जिहड़ी हैगी भीख विच नहीं लैनी, भीख खालसा नहीं मंगदा, साडे गुरु ने साडी माँ ने सानूं भीख मंगनी नहीं सिखाई, असीं भीख दे विच नवाबी नहीं लैनी। शर्तां नवाबी दियां लिखना तो मैदाने जंग दे विच आ जाए तलवार चक के लड़ांगे तो लहू दे नाल शर्तां लिखांगे, असीं शाहियां नाल शर्तां लिखण वाले नहीं हाँ। बोलो सतनाम श्री वाहिगुरू। उस वक्त माँ साहिब कौर पंथ की अगवाई कर रहे सन। सो उस माँ के जन्म दिहाड़े दियां प्रकाश दिहाड़े दियां लख लख वधाइयां होण भाई। माँ साहिब कौर सन 1600 वाहिगुरू 1766 दे विच बालासर साहिब गुरुद्वारा बालासर साहिब जिथे गुरु हरकृष्ण साहिब पातशाह का संस्कार होया, माँ साहिब कौर ज्योति जोत उत्थे समाए ने, उत्थे माँ का अंतिम संस्कार होया है 1766 विच वाहिगुरू 1747 विच 66 साल की आर वलद 1747 1681 विच माँ का जन्म है तो 1747 दे विच माँ ज्योति जोत समा गई। उस पंथ माता नूं याद करदे आप संगतां नूं एक बार फिर माँ के प्रकाश दिहाड़े दियां लख लख वधाइयां होण। माँ साहिब कौर पंथ की माता ते माता साहिब कौर दे पाए हुए पूरनिਆਂ ते असीं चल सकीए, इसे मनशा दे नाल अज दी विचार समाप्त करते हैं जी। फतेह दी सांझ पायो सारे। वाहिगुरू जी का खालसा